ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਆਪਣੀ ਪਾਰਟੀ ਦੀ ਲੀਡਰਸ਼ਿਪ ਦਾ, ਸੋਨੀਆ ਗਾਂਧੀ ਜੀ ਦਾ, ਰਾਹੁਲ ਗਾਂਧੀ ਜੀ ਦਾ, ਵੈਨੂਗੋਪਾਲ ਸਾਡੇ ਜਿਹੜੇ ਆਰਗੇਨਾਈਜੇਸ਼ਨ ਦੇ ਜਨਰਲ ਸੈਕਟਰੀ ਨੇ, ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਇੱਕ ਵੱਡੀ ਜ਼ਿੰਮੇਵਾਰੀ ਦਿੱਤੀ ਆ ਸਾਰੇ ਦੇਸ਼ ਦੇ ਕਿਸਾਨਾਂ ਤੇ ਖੇਤ ਮਜ਼ਦੂਰਾਂ ਨੂੰ ਸੰਗਠਿਤ ਕਰਨਾ, ਇਹਨਾਂ ਨੂੰ ਇਕੱਠੇ ਕਰਕੇ ਔਰ ਦੇਸ਼ ਦੀ ਸਰਕਾਰ ਨੂੰ ਮਜਬੂਰ ਕਰਨਾ ਵਾ ਕਿ ਇਹਨਾਂ ਦੀ ਵੀ ਗੱਲ ਸੁਣੋ। ਅਸਲ ਭਾਰਤ ਵਿੱਚ ਕੀ ਹੋ ਰਿਹਾ ਪਿਛਲੇ ਕਾਫੀ ਦਹਾਕਿਆਂ ਤੋਂ ਕਿ ਇੱਥੇ ਸਿਰਫ ਤੇ ਸਿਰਫ ਕਾਰਪੋਰੇਟ ਘਰਾਣਿਆਂ ਦੀ ਗੱਲ ਚੱਲ, ਇੱਥੇ ਐਗਰੀਕਲਚਰ ਜਿਹੜਾ ਹੈ, ਜਿਹੜਾ 60 ਤੋਂ 70% ਜਿਹੜਾ ਇੰਡੀਆ ਹੈ ਉਹ ਪਿੰਡਾਂ 'ਚ ਵਸਦਾ ਵਾ, ਲੇਕਿਨ ਫੋਕਸ ਸਾਰਾ ਸ਼ਹਿਰਾਂ ਦੇ ਵਿੱਚ ਹੀ ਆ। ਸ਼ਹਿਰਾਂ ਵਿੱਚੋਂ ਵੀ ਚੁਣ ਕੇ ਚੰਦ ਕਾਰਪੋਰੇਟ ਘਰਾਣਿਆਂ ਦਾ ਵਾ। ਮੈਂ ਹੁਣੇ ਕੋਟ ਕੀਤਾ ਵਾ ਕਿ ਪਿਛਲੇ 10 ਸਾਲਾਂ 'ਚ ਇਸ ਦੇਸ਼ ਦੀ ਸਰਕਾਰ ਨੇ, ਕੇਂਦਰ ਸਰਕਾਰ ਨੇ 12 ਲੱਖ ਕਰੋੜ ਰੁਪਏ ਰਾਈਟ ਆਫ ਕੀਤਾ ਵੱਡੇ ਘਰਾਣਿਆਂ ਦਾ, ਆ ਜਿਹੜੇ ਅਡਾਨੀਜ਼ ਤੇ ਅੰਬਾਨੀਜ਼, 12 ਲੱਖ ਕਰੋੜ ਰੁਪਏ। ਔਰ ਕਦੀ ਉਹ ਬਹਾਨਾ ਬਣਾਉਂਦੇ ਕਿ ਐਨਪੀਏ ਹੋ ਗਿਆ ਅਕਾਊਂਟ 'ਚ, ਅਸੀਂ ਆਪਣੇ ਬੈਂਕਾਂ ਦੀ ਇਕਨੋਮੀ ਬਚਾਉਣੀ, ਜਦ ਕਿ ਇਹਦੇ ਮੁਕਾਬਲੇ ਤੇ ਪੰਜਾਬ ਜਿਹੜਾ ਕਿ ਸਭ ਤੋਂ ਅਗਾਂਹ ਵਧੂ ਸੂਬਾ ਖੇਤੀ 'ਚ, ਇਹਦਾ 1 ਲੱਖ ਕਰੋੜ ਰੁਪਈਆ ਇਹਦਾ ਸਾਰੇ ਕਿਸਾਨਾਂ ਦਾ ਕਰਦਾ, ਉਹ ਕਦੇ ਮਾਫ ਨਹੀਂ ਕਰਨਗੇ। ਇੱਧਰ 12 ਲੱਖ ਕਰੋੜ ਰੁਪਈਆ ਮਾਫ ਕਰਤਾ, ਉੱਧਰ 1 ਲੱਖ ਕਰੋੜ ਮਾਫ ਕਰਨਗੇ। ਇਸ ਲਈ ਔਰ ਜਿਹੜਾ ਪਿਛਲੇ ਬਜਟ ਵਿੱਚ ਇਕੱਲੇ 2020-21 ਦੇ ਵਿੱਚ 2 ਲੱਖ ਕਰੋੜ ਰੁਪਈਆ ਮਾਫ ਕੀਤਾ ਗਿਆ। ਸੋ ਸਾਡਾ ਯਤਨ ਹੋਊਗਾ ਕਿ ਕਿਸਾਨਾਂ ਦੇ ਤੇ ਖੇਤ ਮਜ਼ਦੂਰਾਂ ਦੇ ਮੁੱਦੇ ਜਿਹੜੇ ਨੇ ਉਹ ਕੇਂਦਰ ਦੇ ਸਾਹਮਣੇ ਰੱਖੇ ਜਾਣ। ਸਵਾਮੀਨਾਥਨ ਕਮੇਟੀ ਦੀ ਰਿਪੋਰਟ ਜਿਹੜੀ ਆ ਬੀਜੇਪੀ ਨੇ ਆਪ ਪ੍ਰੋਮਿਸ ਕੀਤਾ ਸੀਗਾ, ਉਹ ਜਿਹੜਾ ਰਿਪੋਰਟ ਆ ਲਾਗੂ ਕੀਤੀ ਜਾਵੇ। ਜਿਹੜੀ ਮਿਨੀਮਮ ਸਪੋਰਟ ਪ੍ਰਾਈਸ ਆ ਉਹ ਸਾਰੇ ਇਨਪੁਟਸ ਨੂੰ ਕੈਲਕੂਲੇਟ ਕਰਕੇ ਉਹਨੂੰ 50% ਓਵਰ ਐਂਡ ਅਬਵ ਦਿੱਤਾ ਜਾਵੇ। ਅੱਜ ਕਣਕ ਦਾ ਭਾਅ ਜਿਹੜਾ ਵਾ ਉਹ 2000 ਰੁਪਏ ਕੁਇੰਟਲ ਆ ਮੋਟੇ ਤੌਰ 'ਤੇ। ਅੱਜ ਅਗਰ ਸਵਾਮੀਨਾਥਨ ਕਮੇਟੀ ਦਾ ਫਾਰਮੂਲਾ ਲਾਗੂ ਕੀਤਾ ਜਾਵੇ ਤਾਂ ਇਹਦਾ ਭਾਅ ਚਾਹੀਦਾ ਹੈਗਾ 4000 ਰੁਪਏ ਕੁਇੰਟਲ। ਤੁਸੀਂ ਯਾਦ ਕਰੋ ਅੱਛੀ ਤਰ੍ਹਾਂ ਨਾਲ, ਪ੍ਰਾਈਸ ਇੰਡੈਕਸ, ਇਨਫਲੇਸ਼ਨ, ਜਦ ਤੱਕ ਸਰਕਾਰਾਂ ਇਹਨੂੰ ਕੈਲਕੂਲੇਟ ਨਹੀਂ ਕਰਨਗੀਆਂ ਉਦੋਂ ਤੱਕ ਕਿਸਾਨ ਤੇ ਖੇਤ ਮਜ਼ਦੂਰ ਖੁਸ਼ਹਾਲ ਨਹੀਂ ਹੋਵੇਗਾ। 50 ਸਾਲ ਪਹਿਲਾਂ ਇੱਕ ਤੋਲਾ ਸੋਨਾ ਲੈਣ ਵਾਸਤੇ 3 ਕੁਇੰਟਲ ਕਣਕ ਵੇਚਣੀ ਪੈਂਦੀ ਸੀ। 50 ਸਾਲ ਬਾਅਦ ਜਦ ਸਾਰੀ ਦੁਨੀਆ ਤਰੱਕੀ ਕਰ ਗਈ ਆ, ਸਾਨੂੰ ਵੀ ਤਰੱਕੀ ਕਰਨੀ ਚਾਹੀਦੀ ਸੀ। ਹੁਣ ਅਸੀਂ 1 ਤੋਲਾ ਸੋਨਾ ਖਰੀਦਣਾ ਹੋਵੇ ਤਾਂ ਸਾਨੂੰ 25 ਕੁਇੰਟਲ ਕਣਕ ਵੇਚਣੀ ਪੈਂਦੀ। ਬਸ ਇੱਥੋਂ ਅੰਦਾਜ਼ਾ ਲਾ ਲਓ ਕਿ ਕਿਸ ਤਰ੍ਹਾਂ ਪੀਸਿਆ ਗਿਆ ਕਿਸਾਨ ਇਸ ਦੇਸ਼ ਵਿੱਚ। ਇਹ ਸਾਰੇ ਨੂੰ ਅੱਗੇ ਲੈ ਕੇ ਆਉਣ ਵਾਸਤੇ, ਕਿਸਾਨਾਂ ਦੀਆਂ ਗੱਲਾਂ ਕਹਿਣ ਵਾਸਤੇ, ਉਹਨਾਂ ਨੂੰ ਸੰਘਰਸ਼ ਦੇ ਰਾਹ 'ਤੇ ਲਿਆਉਣ ਵਾਸਤੇ, ਕੇਂਦਰ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਜਿਹੜੀ ਮੈਨੂੰ ਜ਼ਿੰਮੇਵਾਰੀ ਦਿੱਤੀ ਗਈ ਹੈ, ਮੈਨੂੰ ਇਮਾਨਦਾਰੀ ਤੇ ਤਨਦੇਹੀ ਤੇ ਨਿਡਰਤਾ ਨਾਲ ਨਿਭਾਉਣ ਦੀ ਕੋਸ਼ਿਸ਼ ਕਰੋ। ਪੰਜਾਬ ਸਰਕਾਰ ਕਿਉਂ ਪਿੱਛੇ ਰਹਿ ਰਹੀ ਹੈ? ਇੱਕ ਤਾਂ ਗੱਲ ਹੈਗੀ ਆ ਕਿ ਸਾਡੇ ਕਰਜ਼ਾ ਬਹੁਤ ਜ਼ਿਆਦਾ, ਸਾਡੇ ਕੋਲ ਸਾਡੀ ਲਿਮਿਟੇਸ਼ਨਸ ਆ। ਦੂਸਰਾ ਵਾ ਕਿ ਪੰਜਾਬ ਦੀ ਸਰਕਾਰ ਜਿਹੜੇ ਚਲਾਉਣ ਵਾਲੇ ਬੰਦੇ, ਉਹ ਭਗਵੰਤ ਮਾਨ ਦੀ ਤਾਂ ਉਹਦੇ ਤੇ ਕੋਈ ਵਾਗਡੋਰੀ ਹੈ, ਉਹਦੇ ਹੱਥ 'ਚ ਨਹੀਂ ਗੀ। ਚਲਾਉਣ ਵਾਲੇ ਤਾਂ ਬਹਿ ਗਏ ਨੇ ਰਾਘਵ ਚੱਡੇ ਹੋਣੀ ਆਣ ਕੇ, ਜਿਨ੍ਹਾਂ ਨੂੰ ਖੇਤੀ ਦਾ ਕੁਝ ਨਹੀਂ ਪਤਾ, ਜਿਨ੍ਹਾਂ ਨੂੰ ਖੇਤ ਮਜ਼ਦੂਰਾਂ ਦਾ ਕੁਝ ਨਹੀਂ ਪਤਾ, ਜਿਨ੍ਹਾਂ ਨੂੰ ਪੰਜਾਬੀ ਲਿਖਣੀ ਨਹੀਂ ਆਉਂਦੀ, ਪੰਜਾਬੀ ਪੜ੍ਹਨੀ ਨਹੀਂ ਆਉਂਦੀ, ਉਹ ਸਾਰੀ ਵਾਗਡੋਰ ਉਹਨਾਂ ਦੇ ਹੱਥਾਂ 'ਚ ਫੜਾਤੀ ਹੈ। ਤੁਸੀਂ ਦੇਖੋ ਪੰਜਾਬ ਦਾ ਉਹਨੂੰ ਅਸੀਂ ਰੀਵੈਂਪ ਕਰਕੇ ਬਹੁਤ ਮਜ਼ਬੂਤ ਬਣਾਵਾਂਗੇ ਤਾਂ ਕਿ ਪੰਜਾਬ ਸਰਕਾਰ ਕੋਈ ਵੀ ਕੰਮ ਗਲਤ ਐਂਟੀ ਫਾਰਮਰ ਔਰ ਐਂਟੀ ਖੇਤ ਮਜ਼ਦੂਰ को फैसला ना ले बिल्कुल दुरुस्त है। और ਜਿਹੜਾ ਸੰਯੁਕਤ ਕਿਸਾਨ ਮੋਰਚੇ SKM ਦੇ ਨਾਲ 2-3 ਵਾਅਦੇ ਵੱਡੇ ਸੀਗੇ। ਇੱਕ ਤਾਂ ਸੀਗਾ ਕਿ ਮਿਨੀਮਮ ਸਪੋਰਟ ਪ੍ਰਾਈਸ ਜਿਹੜੀ ਆ ਉਹਦੀ ਕਮੇਟੀ ਬਣਾ ਕੇ ਉਹਨੂੰ ਗਰੰਟੀ ਦੇ ਤੌਰ ਦੇ ਉੱਤੇ ਲਾਗੂ ਕੀਤਾ ਜਾਵੇ। ਸਾਲ ਹੋ ਗਿਆ ਕਿਸੇ ਨੇ ਨਹੀਂ ਕੀਤਾ। ਦੂਸਰਾ ਜਿਹੜੇ ਉਹਨਾਂ ਦੇ ਮੁਕੱਦਮੇ ਬਣੇ ਸੀਗੇ ਉਹ ਮੁਕੱਦਮੇ ਨਹੀਂ ਵਾਪਸ ਲਏ ਗਏ, ਜਿਹੜੇ ਆਗੂਆਂ ਤੇ, ਵਰਕਰਾਂ ਤੇ, ਕਿਸਾਨਾਂ ਤੇ, ਖੇਤ ਮਜ਼ਦੂਰਾਂ ਤੇ। ਤੀਸਰਾ ਇਲੈਕਟ੍ਰਿਸਿਟੀ ਅਮੈਂਡਮੈਂਟ ਬਿੱਲ, ਜਿਹਦੇ ਉੱਤੇ ਸਾਡੇ ਉੱਪਰ ਥੋਪਿਆ ਜਾ ਰਿਹਾ ਸੀ ਕੇਂਦਰ ਵੱਲੋਂ, ਸਾਡੇ ਫੈਡਰਲ ਢਾਂਚੇ ਦੇ ਉੱਤੇ ਡਾਕਾ ਸੀਗਾ, ਸਾਡੇ ਹਕੂਕ ਦੇ ਉੱਤੇ ਡਾਕਾ ਸੀਗਾ, ਉਹ ਵੀ ਇਹਨਾਂ ਨੇ ਬਿੱਲ ਜਿਹੜਾ ਹਲੇ ਪਤਾ ਲੱਗਿਆ ਵਾ ਕਿ ਉਹਨੂੰ ਰੱਦ ਨਹੀਂ ਕੀਤਾ। ਉਹਨੂੰ ਮੌਨਸੂਨ ਸੈਸ਼ਨ ਪਾਰਲੀਮੈਂਟ ਵਿੱਚ ਮੋਦੀ ਦੀ ਸਰਕਾਰ ਦੁਬਾਰਾ ਲੈ ਕੇ ਆਉਣਾ ਚਾਹੁੰਦੀ। ਸੋ ਇਸ ਕਰਕੇ ਇਹ ਤਾਂ ਬੇਈਮਾਨੀ ਹੋਗੀ ਸਰਾਸਰ। ਤੁਸੀਂ 3 ਪਹਿਲਾਂ ਕਾਲੇ ਕਾਨੂੰਨ ਬਣਾਉਂਦੇ ਹੋ, ਉਹਨਾਂ ਨੂੰ ਵਾਪਸ ਲੈਣ ਵਾਸਤੇ ਸਾਰੇ ਦੇਸ਼ ਦੇ ਕਿਸਾਨਾਂ ਦਾ ਇਮਤਿਹਾਨ ਲੈਂਦੇ ਹੋ। 600 ਤੋਂ 700 ਕਿਸਾਨ ਤੁਹਾਡੀ ਗਰੂਹਾਂ ਦੇ ਉੱਤੇ ਮਰ ਜਾਂਦਾ ਵਾ, ਤੁਹਾਡੇ ਜੂਨ ਹੀ ਸਰਕਦੀ। ਔਰ ਹੁਣ ਤੁਸੀਂ ਉਹਨਾਂ ਨਾਲ ਕੀਤੇ ਹੋਏ ਵਾਅਦੇ ਅਗਰ ਪੂਰੇ ਨਹੀਂ ਕਰੋਗੇ ਤਾਂ ਫਿਰ ਤੁਸੀਂ ਅੰਦਾਜ਼ਾ ਲਾ ਲਓ ਕਿ ਸਾਡੇ ਦੇਸ਼ ਦੀ ਸਰਕਾਰ ਕਿਹੜੀ ਦਿਸ਼ਾ ਵਿੱਚ ਚੱਲ ਰਹੀ। ਨਾਲ ਪੱਤਰਕਾਰਾਂ ਤੇ ਕਿਸਾਨਾਂ ਨੂੰ ਰੋਂਦਿਆਂ ਗਿਆ ਔਰ ਉਹ ਜਿਹੜਾ ਮੰਤਰੀ ਦਾ ਬੇਟਾ, ਉਹਨੂੰ ਬੜੀ ਮੁਸ਼ਕਿਲ ਦੇ ਨਾਲ ਲੋਕਾਂ ਦੇ ਪ੍ਰੈਸ਼ਰ ਦੇ ਕਰਕੇ ਉਹਨੂੰ ਫੜਨਾ ਪਿਆ, ਅਰੈਸਟ ਕਰਨਾ ਪਿਆ। ਔਰ ਉਹਦਾ ਜਿਹੜਾ ਉਹਦੇ ਪਿਤਾ ਨੇ ਮਿਸਟਰ ਪ੍ਰੋਬੇਬਲੀ ਅਜੇ ਮਿਸ਼ਰਾ, ਹੀ ਹੈਜ਼ ਨਾਟ ਬੀਨ ਥਰੋਨ ਆਊਟ ਆਫ ਦ ਕੈਬਨਿਟ ਟਿਲ ਨਾਓ। ਇਹ ਬਹੁਤ ਦੁਖਦਾਈ ਗੱਲ ਹੈ। ਇਹਦਾ ਮਤਲਬ ਤੁਸੀਂ ਸਾਨੂੰ ਸੁਨੇਹਾ ਦੇਣਾ ਚਾਹੁੰਦੇ ਆ ਕਿ ਅਸੀਂ ਉਹਨਾਂ ਨੂੰ ਇੱਥੇ ਰੱਖਾਂਗੇ ਉੱਪਰੇ ਆਪਣੇ ਕੋਲ, ਆਪਣੇ ਸਿਰ ਦੇ ਤਾਜ ਬਣਾ ਕੇ, ਜਿਹੜੇ ਤੁਹਾਨੂੰ ਰੌਂਦਦੇ ਨੇ, ਜਿਹੜੇ ਤੁਹਾਨੂੰ ਗੱਡੀਆਂ ਦੇ ਥੱਲੇ ਦਿੰਦੇ ਨੇ। ਦਿਸ ਇਜ਼ ਕੰਪਲੀਟਲੀ ਅਨਐਕਸੈਪਟੇਬਲ। ਔਰ ਇਸ ਮਿਨਿਸਟਰ ਨੂੰ ਕੈਬਨਿਟ 'ਚੋਂ ਕੱਢਿਆ ਜਾਣਾ ਚਾਹੀਦਾ ਔਰ ਉਹਦੀ ਟਾਈਮ ਬਾਉਂਡ ਟ੍ਰਾਇਲ ਹੋ ਕੇ ਉਹਦੇ ਮੁੰਡੇ ਨੂੰ ਤੇ ਉਹਦੇ ਜਿਹੜੇ ਗੁਨਾਹਗਾਰ ਲੋਕ ਆ ਉਹਨਾਂ ਨੂੰ ਫਾਂਸੀ ਦੀ ਸਜ਼ਾ ਮਿਲਣੀ ਚਾਹੀਦੀ। ਸਰ ਆਖਰੀ ਸਵਾਲ ਹੈ, ਸੰਸਦ ਦੇ ਵਿੱਚ ਜੋ ਕਰਵ ਕਰਦੀ ਜੀ, ਅਸੀਂ ਜੇ ਸੰਸਦ ਦੇ ਅੰਦਰ ਬੋਲ ਨਹੀਂ ਸਕਦੇ, ਜਿੱਥੇ ਸਾਡਾ ਅਧਿਕਾਰ ਹੈ, ਵੈਸੇ ਤਾਂ ਫੰਡਾਮੈਂਟਲ ਰਾਈਟ ਆ ਫਰੀडम ਟੂ ਸਪੀਚ, ਅਸੀਂ ਬਾਹਰ ਕੁਝ ਵੀ ਬੋਲ ਸਕਦੇ ਹਾਂ,
ਸਾਡੇ ਤੇ ਕੋਈ ਪਾਬੰਦੀ ਨਹੀਂ ਲੱਗ ਸਕਦੀ। ਲੇਕਿਨ ਇਹ ਸਰਕਾਰ ਬਾਹਰ ਤਾਂ ਇਹਨਾਂ ਨੇ ਕੀ ਬੋਲਣ ਦੇਣਾ, ਚੁਣੇ ਹੋਏ ਨੁਮਾਇੰਦੇ ਜਿਹੜੇ ਪਾਰਲੀਮੈਂਟ ਦੇ ਅੰਦਰ ਨੇ ਉਹਨਾਂ ਦੇ ਵੀ ਪਾਬੰਦੀਆਂ ਲਾਈਆਂ ਜਾ ਰਹੀਆਂ ਕਿ ਤੁਸੀਂ ਆਹ ਸ਼ਬਦ ਨਹੀਂ ਵਰਤ ਸਕਦੇ, ਤੁਸੀਂ ਆਹ ਸ਼ਬਦ ਨਹੀਂ ਵਰਤ ਸਕਦੇ। This is only gagging the voice of elected representatives. This is only intimidating them. This is, I would call it murder of democracy. ਇਸ ਕਰਕੇ ਇਹ ਸਾਰੀਆਂ ਫਜ਼ੂਲ ਗੱਲਾਂ ਇਹ ਸਾਰੀਆਂ ਉਹਨਾਂ ਨੂੰ ਵਾਪਸ ਲੈਣੀਆਂ ਚਾਹੀਦੀਆਂ ਔਰ ਆਪਣੇ ਏਜੰਸੀਆਂ ਦਾ ਦੁਰਉਪਯੋਗ ਬੰਦ ਕਰਨਾ ਚਾਹੀਦਾ। ਅੱਜ ਆਪਣੇ ਓਪੋਨੈਂਟਸ ਨੂੰ ਸਾਰੇ ਦੇਸ਼ ਜੰਮੂ ਕਸ਼ਮੀਰ ਤੋਂ ਲੈ ਕੇ ਤਾਮਿਲਨਾਡੂ ਤੱਕ ਕੋਈ ਬੰਦਾ ਨਹੀਂ ਛੱਡਿਆ ਇਹਨਾਂ ਨੇ ਆਪੋਜੀਸ਼ਨ ਦਾ ਜਿਹਦੇ ਤੇ ਈਡੀ ਤੇ ਸੀਬੀਆਈ ਦੇ ਮੁਕੱਦਮੇ ਨਹੀਂ ਦਰਜ ਕੀਤੇ। ਬੀਜੇਪੀ ਨੇ ਪਿਛਲੇ 8 ਸਾਲਾਂ 'ਚ ਇੱਕ ਵੀ ਬੀਜੇਪੀ ਦਾ ਕਾਰਜਕਰਤਾ, ਇੱਕ ਵੀ ਬੀਜੇਪੀ ਦਾ ਲੀਡਰ, ਕਿਸੇ ਈਡੀ ਨੇ ਕਿਸੇ ਸੀਬੀਆਈ ਨੇ ਉਹਨਾਂ ਦੀ ਜਾਂਚ ਨਹੀਂ ਕੀਤੀ। ਇੱਥੋਂ ਪਤਾ ਲੱਗ ਜਾਂਦਾ ਕਿ ਇਹਨਾਂ ਏਜੰਸੀਆਂ ਦਾ ਦੁਰਉਪਯੋਗ ਕਰਕੇ ਆਪੋਜੀਸ਼ਨ ਨੂੰ ਖਤਮ ਕਰਨਾ ਚਾਹੁੰਦੇ।